ਮੋਦੀ ਜੀ ਨੂੰ ਜਿੰਨੇ ਵੀ ਵਿਦਵਾਨ ਨੇ ਲੇਖ ਤਿਆਰ ਕਰਕੇ ਦਿੱਤਾ ਬੋਲਣ ਵਾਸਤੇ, ਉਹਦਾ ਜੇ ਉਹ ਕੋਈ ਗਲਤ ਸ਼ਬਦ ਵਰਤਿਆ ਗਿਆ ਤੇ ਉਹਦੀ ਗਲਤੀ ਹੈ। ਮੋਦੀ ਜੀ ਨੇ ਆਪਣੇ ਵੱਲੋਂ ਪੂਰੀ ਸ਼ਰਧਾ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਕਰਨ ਦਾ ਯਤਨ ਕੀਤਾ ਹੈ। ਪਰ ਉਹ ਹੋ ਸਕਦਾ ਵੀ ਮੇਰੇ ਜਿੰਨਾ ਨਾ ਵਧੀਆ ਕਰ ਸਕਿਆ ਹੋਵੇ, ਇਤਰਾਜ਼ ਕਰਨ ਵਾਲਿਆਂ ਦੇ ਜਿੰਨਾ ਨਾ ਵਧੀਆ ਕਰ ਸਕਿਆ ਹੋਵੇ। ਉਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ ਹੈ, ਇਹ ਐਗਜ਼ੈਕਟਲੀ ਸ਼ਬਦ ਸਹੀ ਨਹੀਂ ਹੈਗੇ। ਪਰ ਜਿਹੜਾ ਦਸਮ ਗ੍ਰੰਥ ਨਾਂ ਦੀ ਦਾ ਗ੍ਰੰਥ ਆ ਸਾਡੇ ਸਿੱਖਾਂ ਵਿੱਚ ਪ੍ਰਚਾਰ, ਟ੍ਰੈਡੀਸ਼ਨਲ ਟਕਸਾਲੀ ਲੋਕ ਨਿਹੰਗ ਸਿੰਘਾਂ ਦੇ ਹਜ਼ੂਰ ਸਾਹਿਬ, ਪਟਨਾ ਸਾਹਿਬ ਤੇ ਈਵਨ ਮਹਿਤੇ ਦਮਦਮੀ ਟਕਸਾਲ ਦੇ ਹੈਡਕੁਆਟਰ ਉੱਪਰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਹੜਾ ਸ਼ੁਰੂ ਦੇ ਵਿੱਚ ਇਹਦਾ ਨਾਂ ਸੀਗਾ ਬਚਿੱਤਰ ਨਾਟਕ, ਜੋ ਹੌਲੀ ਹੌਲੀ ਬਚਿੱਤਰ ਨਾਟਕ ਤੋਂ ਇਹਦਾ ਨਾਂ ਬਣਿਆ ਦਸਮ ਗ੍ਰੰਥ। ਦਸਮ ਗ੍ਰੰਥ ਤੋਂ ਇਹਦਾ ਨਾਂ ਬਣਿਆ। ਫਿਰ ਉੱਪਰ ਛੋਟੇ ਅੱਖਰਾਂ ਵਿੱਚ ਦਸਮ ਤੇ ਵੱਡੇ ਅੱਖਰਾਂ 'ਚ ਅਗਲੀ ਲਾਈਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਹੁਣ ਸਾਰੇ ਬਰਾਬਰ ਅੱਖਰਾਂ ਦੇ ਵਿੱਚ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਸ਼ਰੀਕ ਪੈਦਾ ਕੀਤਾ ਜਾ ਰਿਹਾ ਹੈ। ਉਵੇਂ ਉਹਦੇ ਪਾਠ, ਉਵੇਂ ਉਹਦੀ ਕਥਾ, ਉਵੇਂ ਉਹਦਾ ਮੁੱਖ ਵਾਕ, ਉਵੇਂ ਉਹਦੀ ਸੰਖਿਆ ਕਰਵਾਈ ਕੀਤੀ ਜਾ ਰਹੀ ਹੈ, ਕਥਾ ਕੀਤੀ ਜਾ ਰਹੀ ਹੈ, ਜਿਹਦੇ ਨਾਲ ਨਿੱਜੀ ਤੌਰ ਤੇ ਪੰਥਕ ਮਰਿਆਦਾ ਦੇ ਅਨੁਸਾਰ ਮੈਂ ਕਤਈ ਸਹਿਮਤ ਨਹੀਂ ਹੈਗਾ। ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ, ਮੇਰੇ ਨਾਲ ਜਾਣੀ ਕਿ ਹਰਮੀਤ ਬਮਰਾ ਨੂੰ। ਅੱਜ ਮੇਰਾ ਸਾਥ ਦੇ ਰਹੇ ਨੇ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ। ਗਿਆਨੀ ਸੰਤੋਖ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਸਰ, ਤੁਹਾਡਾ ਵੀ ਜੀ ਬਹੁਤ ਧੰਨਵਾਦ। ਸਰੋਤਿਆਂ ਦੇ ਸਨਮੁਖ ਕਰ ਰਹੇ ਹੋ। ਹਾਂਜੀ ਗਿਆਨੀ ਜੀ, ਅੱਜ ਦਾ ਜਿਹੜਾ ਮੌਜੂ ਹੈਗਾ ਉਹ ਇਹ ਹੈਗਾ ਵੀ ਪਿਛਲੇ 5 ਅਗਸਤ ਨੂੰ ਜਦੋਂ ਇੰਡੀਆ ਦੇ ਵਿੱਚ ਆਪਣੇ ਪ੍ਰਾਈਮ ਮਿਨਿਸਟਰ ਜਿਹੜਾ ਕਿ ਰਾਮ ਮੰਦਰ, ਹਿੰਦੂਆਂ ਦਾ ਮੰਦਰ, ਉੱਥੇ ਅਯੁੱਧਿਆ ਦੇ ਵਿੱਚ ਨੀਂਹ ਪੱਥਰ ਰੱਖਣ ਗਏ, ਆਪਾਂ ਇਹ ਕਹਿ ਸਕਦੇ ਹਾਂ। ਉਹ ਮੁਬਾਰਕ ਉਸ ਸਾਰੀ ਕੌਮ ਨੂੰ, ਬਹੁਤ ਵਧੀਆ ਜੋ ਵੀ ਉਹਨਾਂ ਦੇ ਧਰਮ ਦੇ ਮੁਤਾਬਕ ਉਹ ਆਪਣਾ ਰੀਤੀ ਰਿਵਾਜ ਉਹ ਕਰਨ ਗਏ ਨੇ। ਤੇ ਉਸ ਦੇ ਨਾਲ ਨਾਲ ਹੀ ਉਸ ਦਿਨ ਉਹਨਾਂ ਨੇ ਉੱਥੇ ਸਟੇਜ ਤੋਂ ਕੁਝ ਸ਼ਬਦ ਬਿਆਨ ਕੀਤੇ। ਜਿਹੜਾ ਉਹਨਾਂ ਨੇ ਸ਼ਬਦ, ਉਹ ਜਿਹੜੇ ਬਿਆਨੀ ਸੀਗੀ ਉਹ ਸਿੱਖ ਪੰਥ ਨੂੰ ਲੈ ਕੇ ਜੁੜੀ ਸੀਗੀ। ਤੇ ਉਹ ਜਿਹੜੀ ਜੁੜੀ ਸੀ ਗੁਰੂ ਗੋਬਿੰਦ ਸਿੰਘ ਜੀ ਬਾਰੇ। ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਵੀ ਲਿਖੀ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਲਿਖੀ ਹੈ। ਇਸ ਤਰੀਕੇ ਨਾਲ ਉਹਨਾਂ ਦੇ ਸ਼ਬਦ ਸਨ। ਸ਼ਬਦ ਕੁਝ ਅੱਗੇ ਪਿੱਛੇ ਹੋ ਸਕਦੇ ਨੇ, ਮਗਰ ਉਸ ਦਿਨ ਤੋਂ ਲੈ ਕੇ ਵੱਖੋ ਵੱਖਰੇ ਚੈਨਲਾਂ ਨੇ ਆਪੋ ਆਪਣੀ ਉਹਨਾਂ ਨੇ ਇਹਦੇ ਉੱਤੇ ਆਪਣਾ ਤਸਕਰਾ ਦਿੱਤਾ। ਮਗਰ ਹੁਣ ਇਹ ਚੀਜ਼ ਹੈਗੀ ਆ ਵੀ ਇਹਨਾਂ ਸਾਰੇ ਚੈਨਲਾਂ ਤੋਂ ਦੇਖਣ ਤੋਂ ਬਾਅਦ ਹਜੇ ਤੱਕ ਵੀ ਕੋਈ ਪੂਰਾ ਸਿੱਟਾ ਇਹ ਨਹੀਂ ਨਿਕਲ ਪਾਇਆ ਕਿ ਇਹਦੇ ਵਿੱਚ ਸੱਚਾਈ ਕੀ ਸੀ। ਜਿੰਨੇ ਚੈਨਲ ਉਨੀਆਂ ਡਿਫਰੈਂਟ ਗੱਲਾਂ ਹੈਗੀਆਂ, ਕੋਈ ਮੰਨ ਲੈਂਦਾ, ਕੋਈ ਨਹੀਂ ਮੰਨਦਾ ਪਿਆ। ਸਾਡਾ ਇਹ ਮੰਨਣਾ ਹੈਗਾ ਕਿ ਜਿਹੜੀ ਤੁਹਾਡੇ ਕੋਲ ਨੌਲੇਜ ਦਾ, ਜਿਹੜਾ ਤੁਹਾਡਾ ਗਿਆਨ ਹੈਗਾ, ਤੁਸੀਂ ਆਪਣੇ ਗਿਆਨ ਦੇ ਰਾਹੀਂ, ਆਪਣੀ ਨੌਲੇਜ ਦੇ ਰਾਹੀਂ ਜੋ ਤੁਹਾਨੂੰ ਪਤਾ, ਤੁਸੀਂ ਉਹ ਥੋੜ੍ਹਾ ਜਿਹਾ ਇਹਦੇ ਤੇ ਚਾਨਣਾ ਪਾਓ ਕਿ ਜਿਹੜੇ ਉਹਨਾਂ ਨੇ ਇਹ ਸ਼ਬਦ ਗਏ ਨੇ ਉਹ ਕਿੰਨੀ ਕੁ ਸੱਚ ਦੇ ਨੇੜੇ ਆ, ਕਿੰਨੀ ਕੁ ਸੱਚ ਤੋਂ ਦੂਰ ਨੇ। ਹਾਂਜੀ ਹਰਮੀਤ ਸਿੰਘ ਜੀ, ਤੁਹਾਡੇ ਰਾਹੀਂ ਤੁਹਾਨੂੰ ਵੀ ਤੇ ਤੁਹਾਡੇ ਰਾਹੀਂ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ। ਦੇਖੋ ਜੀ, ਸਤਿਗੁਰ ਨੂੰ ਜਿਹਾ ਕੋ ਵੇਖਦਾ ਤੇਹਾ ਫਲ ਪਾਏ ਕੋਏ। ਹਾਂ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੋਈ ਚੰਗੇ ਸ਼ਬਦ ਵਰਤਦਾ ਆ, ਕੋਈ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਆ, ਤੇ ਉਹ ਆਪਣੀ ਆਪਣੀ ਸਮਝ ਦੇ ਅਨੁਸਾਰ, ਤੇ ਉਹ ਕੋਈ ਸਾਨੂੰ ਇਤਰਾਜ਼ ਵਾਲੀ ਗੱਲ ਨਹੀਂ ਹੋਣੀ ਚਾਹੀਦੀ।
पर जिवें मैं भी वेख रहा मीडिया दे विच जो जो तूफान उठिया होया वा पटने वाले दे खिलाफ ते मोदी दे खिलाफ, भाई मैं इन्हां नाल पूरी तरह सहमत नहीं हैगा, क्योंकि जे मैं इन्हां नाल वखरी गल करांगा पता भी हुण मेरे मगर भी लोकी पै जाणगे ते मेरा हुण की विगाड़ लैणगे, नंग पुत चोरां ना खेडे। मैं ਉਹੀ गल दसूंगा जो मैनू समझिया, जो मैं पढ़ी आ, जो मैं सुनी आ ਤੇ ਜੋ ਮੇਰਾ ਵਿਸ਼ਵਾਸ ਆ। ਬਿਲਕੁਲ ਠੀਕ, ਉਹੀ ਅਸੀਂ ਜਾਣਨ ਲਈ ਤੁਹਾਨੂੰ ਅੱਜ ਔਨ ਬੋਲਿਆ। ਮੋਦੀ ਜੀ ਨੂੰ ਜਿੰਨੇ ਵੀ ਵਿਦਵਾਨ ਨੇ ਲੇਖ ਤਿਆਰ ਕਰਕੇ ਦਿੱਤਾ ਬੋਲਣ ਵਾਸਤੇ, ਉਹਦਾ ਜੇ ਉਹ ਕੋਈ ਗਲਤ ਸ਼ਬਦ ਵਰਤਿਆ ਗਿਆ ਤੇ ਉਹਦੀ ਗਲਤੀ ਹੈ। ਮੋਦੀ ਨੇ ਜੀ ਨੇ ਆਪਣੇ ਵੱਲੋਂ ਪੂਰੀ ਸ਼ਰਧਾ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਕਰਨ ਦਾ ਯਤਨ ਕੀਤਾ ਹੈ, पर वो हो सकता भी मेरे जिन्ना ना वधिया कर सकिया होवे, इतराज करन वालियां दे जिन्ना ना वधिया कर सकिया होवे, उन्हें जिहड़ा गुरु गोबिंद सिंह ने रामायण लिखी है ये एग्जैक्टली शब्द सही नहीं हैगे, पर जिहड़ा दसम ग्रंथ नां दी दा ग्रंथ आ साडे सिखां विच प्रचारक ट्रैडिशनल टकसाली लोक निहंग ਸਿੰਘਾਂ ਦੇ हजूर साहब पटना साहब ते ईवन मेहते दमदमी टकसाल दे हैडकुआटर उपर भी गुरु ग्रंथ साहब के बराबर ਉਹਦਾ प्रकाश किया जाता है। ਜਿਹੜਾ शुरू ਦੇ ਵਿੱਚ ਇਹਦਾ ਨਾਂ ਸੀਗਾ ਬਚਿੱਤਰ ਨਾਟਕ, ਜੋ ਹੌਲੀ ਹੌਲੀ ਬਚਿੱਤਰ ਨਾਟਕ ਤੋਂ ਇਹਦਾ ਨਾਂ ਬਣਿਆ ਦਸਮ ਗ੍ਰੰਥ। ਦਸਮ ਗ੍ਰੰਥ ਤੋਂ ਇਹਦਾ ਨਾਂ ਬਣਿਆ, ਫਿਰ ਉੱਪਰ ਛੋਟੇ ਅੱਖਰਾਂ ਵਿੱਚ ਦਸਮ ਤੇ ਵੱਡੇ ਅੱਖਰਾਂ 'ਚ ਅਗਲੀ ਲਾਈਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਹੁਣ ਸਾਰੇ ਬਰਾਬਰ ਅੱਖਰਾਂ ਦੇ ਵਿੱਚ ਸ੍ਰੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਸ਼ਰੀਕ ਪੈਦਾ ਕੀਤਾ ਜਾ ਰਿਹਾ ਹੈ। ਉਵੇਂ ਉਹਦੇ ਪਾਠ, ਉਵੇਂ ਉਹਦੀ ਕਥਾ, ਉਵੇਂ ਉਹਦਾ ਮੁੱਖ ਵਾਕ, ਉਵੇਂ ਉਹਦੀ ਸੰਥਿਆ ਕਰਵਾਈ ਕੀਤੀ ਜਾ ਰਹੀ ਹੈ, ਕਥਾ ਕੀਤੀ ਜਾ ਰਹੀ ਹੈ, ਜਿਹਦੇ ਨਾਲ ਨਿੱਜੀ ਤੌਰ ਤੇ ਪੰਥਕ ਮਰਿਆਦਾ ਦੇ ਅਨੁਸਾਰ ਮੈਂ ਕਤਈ ਸਹਿਮਤ ਨਹੀਂ ਹੈਗਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਮੁਕਾਬਲੇ ਤੇ ਪੰਥ ਵਿਰੋਧੀਆਂ ਵੱਲੋਂ ਇਹ ਸ਼ਰੀਕ ਪੈਦਾ ਕੀਤਾ ਜਾ ਰਿਹਾ ਵਾ, ਵਿਰੋਧੀਆਂ ਵੱਲੋਂ। ਤੇ ਉਹ ਮੋਦੀ ਜੀ ਨੇ ਜੋ ਕੁਝ ਕੀਤਾ ਵਾ ਉਹ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਆ। ਗੁਰੂ ਗੋਬਿੰਦ ਸਿੰਘ ਦੇ ਨਾਲ ਇਹ ਨਾਂ ਤੇ 24 ਅਵਤਾਰਾਂ ਦੀ ਕਥਾ ਆ, ਉਹਦੇ ਵਿੱਚੋਂ ਰਾਮਚੰਦਰ ਅਵਤਾਰ ਦੀ ਤੇ ਕ੍ਰਿਸ਼ਨ ਅਵਤਾਰ ਦੀ ਕਥਾ ਦਾ ਜ਼ਿਆਦਾ ਵੱਡਾ ਭਾਗ ਹੈਗਾ ਆ। ਤੇ ਉਹਨੂੰ ਜਿਹੜਾ ਰਾਮਚੰਦਰ ਜੀ ਦੀ ਸਾਰੀ ਰਮਾਇਣ ਦਾ ਗੁਰੂ ਸਾਹਿਬ ਨੇ ਆਪਣੇ ਪੱਲਿਓਂ ਤੇ ਲਿਖਿਆ ਨਹੀਂ, ਜੋ ਰਮਾਇਣ ਵਿੱਚ ਲਿਖਿਆ ਸੀਗਾ ਉਹਦਾ ਹੀ ਗੁਰੂ ਗ੍ਰੰਥ ਦਸਮ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਆ ਵਾਰ-ਵਾਰ ਵੀ ਅਵਰ ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਨਿਵਾਸਨਾ ਨਾਹੇ ਮੋਏ ਧਰਮ ਯੁੱਧ ਕਹਿ ਚਾਹੇ। ਗੁਰੂ ਸਾਹਿਬ ਆਪ ਸਪਸ਼ਟ ਲਿਖਦੇ ਨੇ ਕਿ ਮੈਂ ਕੋਈ ਉਹਨਾਂ ਦਾ ਸ਼ਰਧਾਲੂ ਨਹੀਂ ਹੈ, ਇਹ ਤਾਂ ਆਪਣੇ ਸਿੱਖਾਂ ਵਿੱਚ ਸੂਰਮਗਤੀ ਭਰਨ ਵਾਸਤੇ ਭਗਵਤੀ ਦੇਵੀ ਦੀ ਸੂਰਮਗਤੀ ਦੇਵਤਿਆਂ ਦੇ ਨਾਲ ਮੁਖੀ ਹੋ ਕੇ ਰਾਖਸ਼ਾਂ ਨੂੰ ਨਾਲ ਲੜ ਕੇ ਯੁੱਧ ਜੋ ਕੀਤਾ, ਉੱਥੋਂ ਪ੍ਰੇਰਨਾ ਲੈਣੀ ਹੈ, ਉੱਥੋਂ ਉਤਸ਼ਾਹ ਲੈਣ ਵਾਸਤੇ ਇਹਨੂੰ ਭਾਸ਼ਾ ਦੇ ਰੂਪ ਵਿੱਚ ਲੋਕਾਂ ਦੀ ਸਮਝਣ ਵਾਲੀ ਬਿਰਜ ਭਾਸ਼ਾ ਹਿੰਦੀ ਰਲਵੀਂ ਮਿਲਵੀਂ ਉਹਦੇ ਵਿੱਚ ਇਹਨੂੰ ਉਲੱਥਾ ਕਰਵਾਇਆ। ਤੇ ਜਿੱਥੋਂ ਤੱਕ ਮੇਰਾ ਸਮਾਨ ਹੈ, ਕ੍ਰਿਸ਼ਨ ਬਿਸ਼ਨ ਕਬੂ ਨਾ ਧਿਆਉ, ਕਾਨ ਸੁਣੈ ਪਰ ਪਹਿਚਾਨ ਨਾ ਇਨਸਿਓ, ਲਿਵ ਲਾਗੀ ਮੋਰੀ ਪਾਗੇ ਇਨਸਿਓ, ਵੀ ਮੈਂ ਇੱਕ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਗੋਬਿੰਦ ਰੱਬ ਨੂੰ ਕਿਹਾ। ਇਹ ਮੁੜ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਪਰ ਹੁਣ ਵਿੱਚੋਂ ਹਿੱਸੇ ਲੈ ਕੇ ਈਵਨ ਤੁਸੀਂ ਦੇਖੋ ਵੀ ਪੁਰਾਣੇ ਜਿਹੜੀ ਮੈਂ ਰਹਿ ਰਾਸ 1952 ਦੇ ਵਿੱਚ ਕੰਠ ਕੀਤੀ ਸੀ, ਉਹਦੇ ਵਿੱਚ ਕਿੰਨਾ ਹੀ ਕੁਝ ਆਉਂਦਾ ਸੀ। ਅੜੇਲ ਸੁਣੇ ਗੁੰਗ ਜੋ ਜਾਏ ਸੁਰਸਨਾ ਪਾਵੀ, ਸੁਣੇ ਮੂੜ ਚਿਤ ਲਾਏ ਚਤਰਤਾ ਆਵੀ, ਹੈ ਸਮਤ ਸਤਰੈ ਸਹਿਸ ਪਣੇ ਜੈ ਅਰਥ ਸਹਿਸ ਹੁਣ ਤੁਸੀਂ ਕਿ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਹਾਂਜੀ ਨੇਤਰ ਤੋਂ ਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਕਥਾ ਪ੍ਰਸੰਗ। ਤੇ ਰਾਮਚੰਦਰ ਜੀ ਬਾਰੇ ਰਾਮ ਕਥਾ ਜੁਗ ਜੁਗ ਅਟਲ, ਸਭ ਕੋ ਭਾਖਤ ਨੇਤ, ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ। ਤੇ ਪਹਿਲੀ ਤੇ ਗੱਲ ਆ ਵੀ ਬਹੁਤ ਸਾਰੇ ਨਵੇਂ ਵਿਦਵਾਨ ਰਾਮਚੰਦਰ ਜੀ ਜਿਹੜੀ ਰਮਾਇਣ ਆ ਜਾਂ ਕ੍ਰਿਸ਼ਨ ਜੀ ਦੀ ਕਥਾ ਆ, ਇਹਨਾਂ ਨੂੰ ਉਹ
ਅਸਲੀਅਤ ਨਹੀਂ ਮੰਨਦੇ, ਕਹਿੰਦੇ ਨੇ ਇਹ ਨਾਵਲਾਂ ਵਾਂਗੂ ਪੁਰਾਣਾ ਵਾਂਗੂ ਇਹ ਕਥਾਵਾਂ ਨੇ। ਪਰ ਅਸੀਂ ਮੰਨਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਆ ਕਿ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਹਾਂਜੀ 14 ਕਲਯੁਗ ਆਪਣਾ ਤ੍ਰੇਤੇ ਤੇ ਮਾਣਿਓ ਰਾਮ ਰਘਵੰਸ ਕਹਾਇਓ, द्वापर कृष्ण मुरार कंस करतार्थ कियो, उदर रसैन को राज भै भगतै जन दियो, कलयुग प्रमाण गुरु नानक अंगद अमर कहायो, श्री गुरु राम श्री गुरु आदि पुरख फरमायो। सारा पूरा नहीं याद पूरा इंदा हुण बुढ़े हो गए। तो इस लई करोड़ा करोड़ा लोग रामचंद्र जी नूं इतिहासक व्यक्ति मानते हैं और त्रेते युग का अवतार मानते हैं। त्रेते ते माणियो राम रघुवंश कहायो श्री गुरु ग्रंथ साहिब दे विच अंकित है। चलो इस आपां बहस विच नहीं पैंदे, वो काल्पनिक व्यक्ति सी रामचंद्र जी ते जां वो असलीयत विच सी, ये उहदे फॉलोअर जानन। अज भी दुनिया दे विच करोड़ां 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 लोग उन्हां नूं अवतार समझ के मन के ते पूजदे आ। ਅਸੀਂ ਇਸ ਬਹਿਸ ਵਿੱਚ ਕਿਉਂ ਪਈਏ ਕਿ ਉਹ ਹੋਏ ਆ ਜਾਂ ਨਹੀਂ ਹੋਏ। ਸੋ ਉਹ ਜੋ ਕਥਾ ਰਮਾਇਣ ਦੇ ਵਿੱਚ ਅੰਕਿਤ ਆ ਉਹਦਾ ਤਰਜਮਾ ਗੁਰੂ ਦਸਮ ਗ੍ਰੰਥ ਦੇ ਵਿੱਚ ਆ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਕੀਤਾ ਹੋਇਆ ਹੋ ਸਕਦਾ ਹੈ ਔਰ ਕਿਸੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਦੇ ਵਿੱਚੋਂ ਪਾਸੋਂ ਵੀ ਗੁਰੂ ਸਾਹਿਬ ਨੇ ਆਗਿਆ ਦੇ ਕੇ ਤਰਜਮਾ ਕਰਵਾਇਆ ਹੋ ਸਕਦਾ ਹੈ, ਕਿਉਂਕਿ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਨੇ। ਹੁਣ ਦੋ ਸਕੇ ਭਰਾ ਨੇ, ਇੱਕ ਭਰਾ ਜਿਹੜਾ ਸਰਕਾਰੀ ਨੌਕਰ ਹੈ ਉਹ ਕਹਿੰਦਾ ਇੱਕ ਇੱਕ ਅੱਖਰ ਦਸਮ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ ਹੈ। ਉਹਦਾ ਹੀ ਸਕਾ ਵੱਡਾ ਭਰਾ ਕਹਿੰਦਾ ਇਹਦੇ ਬਾਰੇ ਦਸਮ ਗ੍ਰੰਥ ਬਾਰੇ ਇਹਨੂੰ ਬਹੁਤ ਹੀ ਭੈੜੇ ਲਫ਼ਜ਼ਾਂ ਦੇ ਨਾਲ ਸੰਬੋਧਨ ਕਰਦਾ ਆ ਵੀ ਇਹ ਸਾਡੇ ਮੱਥੇ ਮੜਿਆ ਗਿਆ, ਇਹ ਗੁਰੂ ਦੀ ਕਿਰਤ ਨਹੀਂ ਹੈਗੀ ਜਿਹਦਾ ਸਮੁੱਚਾ ਉਹਦਾ ਭਾਵ ਆ। ਉਹ ਮਾੜੇ ਲਫ਼ਜ਼ ਮੈਂ ਨਹੀਂ ਦੁਹਰਾ ਸਕਦਾ ਇੱਥੇ। ਹੁਣ ਦੋਵੇਂ ਸਕੇ ਭਰਾ ਆ, ਜਿਹੜਾ ਕਹਿੰਦਾ ਆ ਵੀ ਇਹ ਸਾਡੇ ਤੇ ਮੜਿਆ ਗਿਆ ਗੁਰੂ ਦੀ ਬਾਣੀ ਨਹੀਂ, ਉਹ ਸਰਕਾਰੀ ਨੌਕਰ ਨਹੀਂ ਹੈਗਾ। ਜਿਹੜਾ ਦ੍ਰਿੜ ਇਸ ਗੱਲ ਤੇ ਕਿ ਇੱਕ ਇੱਕ ਅੱਖਰ ਗੁਰੂ ਦਾ ਉਚਾਰਨ ਕੀਤਾ ਉਹ ਸਰਕਾਰੀ ਨੌਕਰ ਆ। ਤੁਸੀਂ ਪਿੱਛੇ ਇਹਦੇ ਤੋਂ ਆਪ ਵੀ ਭਾਵ ਲੈ ਸਕਦੇ ਹੋ। ਸੋ ਇਸ ਲਈ ਇਹ ਦਸਮ ਗ੍ਰੰਥ ਜਿਹੜਾ ਹੈਗਾ ਆ ਇਹਨੂੰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਪ੍ਰਚਾਰ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣਾ। ਜਦੋਂ ਕਿ ਸਾਡਾ ਪਰਚਾ ਸ਼ਬਦ ਕਾ पूजा अकाल की दीदार खालसे का सानू हुक्म कलगीधर पातशाह दे के गए ने। उन्होंने गुरगद्दी ते उपर विराजमान गुरु ग्रंथ साहब नूं कीता ना कि दसम ग्रंथ नूं कीता। बिल्कुल सही। सिख रहत मर्यादा विच अंकित है, गुरु ग्रंथ साहब दे बराबर होर किसे ग्रंथ दा प्रकाश नहीं हो सकता। जी ये सारे अकाल तख्त साहब दे हुक्म दे ਇਹ ਉਲਟ ਬਗਾਵਤ ਕਰ ਰਹੇ ਆ ਲੋਕ ਜਿਹੜੇ ਕਰ ਰਹੇ ਆ। ਤੇ ਜਦੋਂ ਇਹ ਵੀ ਹੁਣ ਜੇ ਇਤਿਹਾਸ ਨੂੰ ਸੱਚ ਜਾਣੀ ਉਹਦੇ ਤੇ ਵੀ ਕਿੰਤੂ ਪਰੰਤੂ ਕਰਨ ਵਾਲੇ ਹੈਗੇ ਆ। ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਨੂੰ ਚਿੱਠੀ ਲਿਖੀ ਹੈ, ਕਿਉਂਕਿ ਮਾਤਾ ਸੁੰਦਰੀ ਜੀ ਦੀ ਆਗਿਆ ਦੇ ਨਾਲ ਉਹ ਗੁਰੂ ਸਾਹਿਬ ਦੀਆਂ ਬਾਣੀਆਂ ਇਕੱਠੀਆਂ ਕਰ ਰਹੇ ਸਨ। ਤੇ ਇਹ ਵੀ ਇਤਿਹਾਸ ਦੇ ਵਿੱਚ ਅੰਕਿਤ ਆ ਕਿ ਗੁਰੂ ਸਾਹਿਬ ਦੇ ਹਜ਼ੂਰ 52 ਕਵੀ ਰਹਿੰਦੇ ਸਨ। 52 ਕਵੀ ਮੀਨਸ ਵਿਦਵਾਨ। ਵਿਧਵਾ ਉਹ ਆਪਣੀ ਵਿਦਵਤਾ ਦਾ ਪ੍ਰਗਟਾਵਾ ਉਸ ਸਮੇਂ ਦੇ ਅਨੁਸਾਰ ਕਵਿਤਾ ਵਿੱਚ ਕਰਦੇ ਸਨ। 8 ਖੁਸ਼ਖਤ ਲਿਖਾਰੀ ਹਜ਼ੂਰੀ ਵਿੱਚ ਰਹਿੰਦੇ ਸਨ। ਇਸ ਤੋਂ ਇਲਾਵਾ ਹੋਰ ਵੀ ਵਿਦਵਾਨ ਆਉਂਦੇ ਤੇ ਜਾਂਦੇ ਰਹਿੰਦੇ ਸਨ। ਗੁਰੂ ਸਾਹਿਬ ਆਪ ਵੀ ਲਿਖਦੇ ਸਨ, ਰਚਨਾ ਕਰਦੇ ਸਨ ਬਾਣੀ ਦੀ, ਔਰ ਆਪਣੇ ਕਵੀਆਂ ਪਾਸੋਂ ਵੀ ਕਰਵਾਇਆ ਕਰਦੇ ਸਨ। ਔਰ ਪੁਰਾਤਨ ਸੰਸਕ੍ਰਿਤ ਦੇ ਮਹਾਭਾਰਤ ਰਾਮਾਇਣ ਆਦਿਕ ਗ੍ਰੰਥਾਂ ਦੇ ਉਹ ਭਾਖਾ ਦੇ ਵਿੱਚ ਉਸ ਵੇਲੇ ਦੀ ਸਾਹਿਤਕ ਬੋਲੀ ਸਮਝ ਆਉਣ ਵਾਲੀ ਲੋਕਾਂ ਦੇ ਵਿੱਚ ਕਰਵਾਇਆ ਕਰਦੇ ਸਨ। ਇਹ ਵੀ ਇਤਿਹਾਸ ਵਿੱਚ ਅੰਕਿਤ ਆ ਕਿ ਮਹਾਭਾਰਤ ਦਾ ਸ਼ਾਂਤੀ ਪਰਵ ਦਾ ਤਰਜਮਾ ਕਰਨ ਲਈ ਕਿਹੜਾ ਕਵੀ ਸੀ ਹੰਸਰਾਜ ਕੇ ਕੀ, ਉਹਨੂੰ 60,000 ਮੋਹਰਾਂ ਤੇ ਹਾਥੀ ਇਨਾਮ ਬਖਸ਼ਿਸ਼ ਕੀਤਾ ਕਲਗੀਧਰ ਪਾਤਸ਼ਾਹ ਨੇ। ਸੋ ਇਸ ਲਈ ਜੇ ਇਹਨੂੰ ਉਹ ਸਾਰਾ ਜੋ ਸੀ ਸਾਹਿਤ ਆਨੰਦਪੁਰ ਦੇ ਉਜਾੜੇ ਤੋਂ ਬਾਅਦ ਦੁਸ਼ਮਣਾਂ ਨੇ ਲੁੱਟ ਕਰਤਾ, ਤਬਾਹ ਕਰਤਾ, ਸਰਸਾ ਦੀ ਭੇਟ ਹੋ ਗਿਆ। ਉਹ ਦੁਸ਼ਮਣ ਜਿਹੜਾ ਜਿੱਤਦਾ ਆ ਉਹ ਹਾਰਨ ਵਾਲੇ ਦਾ ਸਾਰਾ ਕੁਝ ਸੱਭਿਆਚਾਰ, ਸਾਰਾ ਕੁਝ ਵਿਦਿਆ, ਪਾਠਸ਼ਾਲਾਵਾਂ, ਧਰਮ ਸਥਾਨ ਸਭ ਨੂੰ ਉਹ ਤਬਾਹ ਕਰਦਾ ਆ।
ਇੱਜ਼ਤ ਮਾਣ ਧਨ ਮਾਲ ਸਭ ਨੂੰ ਤਬਾਹ ਕਰਦਾ ਆ। ਤੇ ਇਹ ਅੱਜ ਦੀ ਮਿਸਾਲ ਆ। ਜੂਨ 1984 ਦੇ ਵਿੱਚ ਸਾਡੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਕੀ ਕੀਤਾ, ਸਾਡੀ ਲਾਇਬ੍ਰੇਰੀ ਦਾ ਚੁੱਕ ਕੇ ਜੋ ਲੈ ਗਈ, ਅੱਜ ਤੱਕ ਵੀ ਉਹਦੀ ਕਿਸੇ ਨੂੰ ਵੀ ਕੋਈ ਪਤਾ ਨਹੀਂ ਕਿ ਕੀ ਆ ਤੇ ਕਿਵੇਂ ਆ, ਕੀ ਮੋੜਿਆ ਤੇ ਕੀ ਨਹੀਂ ਮੋੜਿਆ। ਰਹੋ ਵਿਚਾਰ, ਆਪਾਂ ਉੱਥੇ ਆਈਏ। ਭਾਈ ਮਨੀ ਸਿੰਘ ਜੀ ਨੇ ਕੋਈ ਕਾਗਜ਼ ਕਿਤਿਓਂ ਇਕੱਠਾ ਕਰ ਕਰਕੇ ਤੇ ਇਹਨੂੰ ਇੱਕ ਕਿਤਾਬ ਕਹਿ ਲਓ, ਇੱਕ ਗ੍ਰੰਥ ਦੇ ਰੂਪ ਦੇ ਵਿੱਚ ਕਾਇਮ ਕੀਤਾ, ਜਿਹਦਾ ਨਾਮ ਬਚਿੱਤਰ ਨਾਟਕ ਰੱਖਿਆ। ਔਰ ਇਹ ਇਸ ਰੂਪ ਦੇ ਵਿੱਚ ਮੌਜੂਦ ਵਿੱਚ ਆਉਣ ਦੇ ਸਮੇਂ ਤੋਂ ਹੀ ਪੰਥ ਦੇ ਵਿੱਚ ਮਤਭੇਦ ਹੋਏ ਇਹਦੇ ਬਾਰੇ। ਬਿਲਕੁਲ ਸਹੀ, ਅੱਜ ਕੋਈ ਨਵੀਂ ਗੱਲ ਨਹੀਂ। ਤੇ ਉਸ ਵੇਲੇ ਵਿਦਵਾਨ ਜਿਹੜੇ ਸੀਗੇ ਸਿੱਖ ਜ਼ਿਆਦਾ ਦਮਦਮੇ ਸਾਹਿਬ ਰਹਿੰਦੇ ਸੀ, ਦਮਦਮੀ ਟਕਸਾਲ ਵੀ ਉੱਥੋਂ ਚੱਲੀ, ਬਾਬਾ ਦੀਪ ਸਿੰਘ ਵੀ ਉੱਥੇ ਮੌਜੂਦ ਸਨ, ਸਮਝ ਲਓ ਕਿ ਉਹੀ ਮੁਖੀ ਸਨ ਉੱਥੋਂ ਦੇ। ਤੇ ਬਾਕੀ ਹੋਰ ਸਿੱਖ ਵਿਦਵਾਨ ਵਿਦਿਆ ਪੜ੍ਹਦੇ ਸੀ, ਆਉਂਦੇ ਸੀ, ਜਾਂਦੇ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਸੰਪੂਰਨ ਬੀੜ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਲਿਖਵਾਈ ਸੀ ਭਾਈ ਮਨੀ ਸਿੰਘ ਜੀ ਦੇ ਹੱਥੋਂ, ਤੇ ਬਾਬਾ ਦੀਪ ਸਿੰਘ ਜੀ ਨਾਲ ਸਹਾਇਤਾ ਕਰਨ ਵਜੋਂ ਸਨ ਭਾਈ ਮਨੀ ਸਿੰਘ ਜੀ ਦੇ। ਤੇ ਉੱਥੇ ਵਿਚਾਰ ਚੱਲ ਰਹੀ ਸਿੱਖ ਵਿਦਵਾਨਾਂ 'ਚ ਕਿ ਇਹ ਸਾਰੀ ਦਸਮ ਗੁਰੂ ਦੀ ਬਾਣੀ ਨਹੀਂ ਹੋ ਸਕਦੀ। ਇਹਦੇ ਵਿੱਚ ਜੋ ਚੰਡੀ ਚਰਿੱਤਰ ਤੇ ਉਰਲਮ ਪਰਲਮ ਜਿਹੜੇ ਉਹ ਹੈਗੇ ਨੇ, ਜਿਨ੍ਹਾਂ ਤੋਂ ਅੱਜ ਰੌਲਾ ਪੈਂਦਾ ਹੈ ਕਿ ਉਹਨਾਂ ਵਿੱਚ ਕਾਮੁਕਤਾ ਦਾ ਜ਼ਿਆਦਾ ਵਿਖਾਵਾ ਆ, ਤੇ ਭਈ ਇਹ ਵੱਖ ਕਰ ਦਿੱਤੇ ਜਾਣ ਤੇ ਜਿਹੜੀ ਗੁਰੂ ਦੀ ਬਾਣੀ ਆ ਉਹ ਵੱਖ ਕਰਤੀ ਜਾਵੇ। ਇਹ ਵਿਚਾਰ ਚੱਲਦਾ ਆ ਰਿਹਾ ਸੀਗਾ। ਤੇ ਉਦੋਂ ਫਿਰ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਮੱਸੇ ਰੰਗੜ ਦਾ ਬੀਕਾਨੇਰ ਤੋਂ ਚੱਲੇ ਦਰਬਾਰ ਸਾਹਿਬ 'ਚ ਸਿਰ ਵੱਢਣ ਜਾ ਰਹੇ ਸੀ, ਉਹ ਵੀ ਉੱਥੇ ਰੁਕੇ ਨੇ। ਉੱਥੇ ਬਹਿਸ ਚੱਲ ਰਹੀ ਸੀ ਤੇ ਭਾਈ ਮਤਾਬ ਸਿੰਘ ਕਹਿੰਦੇ ਵੀ ਲਓ ਫੈਸਲਾ ਕਰ ਲੈਨੇ ਆ ਵੀ ਜੇ ਤੇ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਇੱਥੇ ਆ ਗਏ ਤੇ ਇਹਨੂੰ ਗ੍ਰੰਥ ਨੂੰ ਇਸ ਤਰ੍ਹਾਂ ਇਕੱਠਾ ਹੀ ਰੱਖੋ, ਜੇ ਅਸੀਂ ਉੱਥੇ ਸ਼ਹੀਦ ਹੋ ਗਏ ਤੇ ਫਿਰ ਜਿਵੇਂ ਇਹਨੂੰ ਅੱਡ ਅੱਡ ਕਰ ਲਿਓ। ਹੁਣ ਉਹ ਸਿਰ ਵੱਢ ਕੇ ਆ ਗਏ ਨੇ, ਗ੍ਰੰਥ ਸਾਹਿਬ ਨੂੰ, ਦਸਮ ਗ੍ਰੰਥ ਨੂੰ ਕੋਈ ਫਿਰ ਅੱਡ ਅੱਡ ਕਰਨ ਦੀ ਜ਼ਰੂਰਤ ਨਹੀਂ ਕਰ ਸਕਿਆ। ਮੈਂ ਇਹਦੇ ਬਾਰੇ ਆਪਣੇ ਵਿਚਾਰ ਦੱਸੇ ਹੋਏ ਨੇ। ਮੇਰਾ ਇੱਕ ਲੇਖ ਆ ਜਿਹੜਾ ਬਹੁਤ ਪ੍ਰੈਸਾਂ ਵਿੱਚ ਵੀ, ਮੀਡੀਆ 'ਚ ਵੀ ਛਪਿਆ। ਮੇਰੀ ਪਹਿਲੀ ਕਿਤਾਬ ਸੱਚੇ ਦਾ ਸੱਚਾ ਢੋਆ ਦੀਆਂ 6 ਐਡੀਸ਼ਨਾਂ ਦੇ ਵਿੱਚ ਉਹ ਛਪ ਚੁੱਕਿਆ, 7000 ਕਿਤਾਬ ਛਪ ਚੁੱਕੀ ਹੈ। ਪਰ ਉਹਦੇ ਤੇ ਕਿਸੇ ਨੇ ਵੀ ਕਿੰਤੂ ਪਰੰਤੂ ਅਜੇ ਤੱਕ ਨਹੀਂ ਕੀਤਾ। ਉਹ 'ਚ ਇਹ ਹੈ ਵੀ ਇਹ ਪੰਥ ਦਾ ਮਸਲਾ ਆ, ਇਹ ਮੀਡੀਏ ਦਾ ਮਸਲਾ ਨਹੀਂ। ਇਹ ਮੀਡੀਏ ਤੇ ਆਪਣਾ ਵਿਖਾਵਾ ਕਰਨ ਦਾ, ਝਗੜਾ ਕਰਨ ਦਾ ਨਹੀਂ, ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਨਹੀਂ। ਇਹ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠਾਂ ਸਾਰੇ ਵਿਚਾਰਾਂ ਦੇ ਵਿਦਵਾਨ ਇਕੱਠੇ ਹੋ ਕੇ ਇੱਕ ਫੈਸਲੇ ਤੇ ਆ ਜਾਣ। ਤੇ ਕੀ ਪਤਾ, ਅੱਛਾ ਹੁਣ ਜਿਨ੍ਹਾਂ ਬਾਰੇ ਜ਼ਿਆਦਾ ਇਤਰਾਜ਼ ਹੁੰਦਾ ਆ, ਮੈਂ ਗੱਲ ਇੱਧਰ ਜ਼ਿਆਦਾ ਹੋ ਗਈ, ਉਹ ਮੋਦੀ ਜੀ ਦੇ ਪਰ ਜਾਣੀ ਸੀ ਵੀ ਇਹ ਜਿਨ੍ਹਾਂ ਬਾਰੇ ਇਤਰਾਜ਼ ਹੁੰਦਾ ਆ, ਤੇ ਇਹ ਤਾਂ ਹਜ਼ਾਰਾਂ ਸਾਲਾਂ ਦੇ ਵਿੱਚੋਂ ਸੰਸਕ੍ਰਿਤ ਦੇ ਵਿੱਚ ਗ੍ਰੰਥ ਲਿਖੇ ਹੋਏ ਨੇ ਕਾਮ ਦੀ ਵਿਦਿਆ ਬਾਰੇ। ਵਾਤਸਾਇਨ ਰਿਸ਼ੀ ਨੇ ਕਾਮ ਸੂਤਰ ਲਿਖਿਆ, ਜਿਹੜਾ ਅੰਗਰੇਜ਼ੀ ਦੇ ਵਿੱਚ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਤਰਜਮਾ ਹੋ ਕੇ ਛਪਿਆ, ਲੋਕੀ ਪੜ੍ਹਦੇ, ਲਾਇਬ੍ਰੇਰੀ 'ਚ ਪਿਆ ਹੋਇਆ। ਇਹ ਕੋਈ ਐਡੀ ਵੱਡੀ ਗੱਲ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਪ੍ਰਾਕ੍ਰਿਤਕ ਪ੍ਰਬਲ ਪ੍ਰੇਰਨਾਵਾਂ ਨੇ ਹਰ ਜੀਵ ਦੇ ਵਿੱਚ, ਤੇ ਮਨੁੱਖ ਜ਼ਿਆਦਾ ਚੇਤਨ ਆ ਤੇ ਮਨੁੱਖ ਵਿੱਚ ਜ਼ਿਆਦਾ ਸਮਝ ਲਓ। ਤੇ ਇਹਦੇ ਬਾਰੇ ਜੇ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਜਾਂ ਗੁਰੂ ਸਾਹਿਬ ਜੀ ਦੀ ਜਾਣਕਾਰੀ ਨਾਲ ਜਾਂ ਗੁਰੂ ਸਾਹਿਬ ਦੀ ਜਾਣਕਾਰੀ ਤੋਂ ਬਿਨਾਂ ਹਜ਼ੂਰੀ ਵਿੱਚ ਰਹਿੰਦਿਆਂ ਕਿਸੇ ਪੁਰਾਤਨ ਸੰਸਕ੍ਰਿਤ ਗ੍ਰੰਥ ਦਾ ਅਨੁਵਾਦ ਭਾਖਾ ਦੇ ਵਿੱਚ ਦਰਬਾਰੀ ਕਵੀ ਨੇ ਕਰ ਦਿੱਤਾ ਹੋਵੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਗੀ। ਤੇ ਹਾਂ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਰੰਭ ਦੇ ਵਿੱਚ ਦਸਮ ਗ੍ਰੰਥ ਜਾਪ ਸਾਹਿਬ ਵੀ ਹੈ, ਅਕਾਲ ਉਸਤਤ ਵੀ ਹੈ, ਜੋ ਸਾਡੀ ਨਿਤਨੇਮ ਦੀ ਬਾਣੀ ਹੈ। ਜਾਪ ਸਾਹਿਬ ਅਕਾਲ ਉਸਤਤ ਦੇ ਵਿੱਚੋਂ ਇੱਕ ਚੌਪਈ ਹੈ, ਪ੍ਰਣਵਾਦ ਏਕ ਓੰਕਾਰ, ਸਰਾਵਗ ਸੁਧ ਸਮੂਹ ਵਾਲੇ ਸਾਡੇ ਨਿਤਨੇਮ ਦੇ ਵਿੱਚ 10 ਸਵਈਏ ਨੇ, ਫਿਰ ਹੋਰ 10 ਸਵਈਏ ਇੱਕ ਹੋਰ ਨੇ। ਤੋ ਇਸ ਤਰ੍ਹਾਂ ਸਾਡੇ ਨਿਤਨੇਮ ਦੀਆਂ ਬਾਣੀਆਂ ਦਸਮ ਗ੍ਰੰਥ ਦੇ ਵਿੱਚੋਂ ਨੇ 3, ਤੇ ਉਹਦੇ ਵਿੱਚੋਂ ਜਿਹੜੀ ਹੈਗੀ ਆ ਚੌਪਈ, ਸ਼ਾਮ ਨੂੰ ਅਸੀਂ ਰਹਿ ਰਸ ਦੇ ਨਾਲ ਉਹਨੂੰ ਪੜ੍ਹਦੇ ਹਾਂ। ਐਕਚੁਅਲੀ ਸੋਦਰ, ਬਾਣੀ ਦਾ ਨਾਮ ਸੋਦਰ ਆ, ਸੋਦਰ ਦੇ ਨਾਲ ਪੜ੍ਹਦੇ ਹਾਂ। ਸਵੇਰ ਦੇ ਨਿਤਨੇਮ ਦੇ ਵਿੱਚ ਵੀ ਅਸੀਂ 5 ਬਾਣੀਆਂ ਦੇ ਵਿੱਚੋਂ ਚੌਥੇ ਨੰਬਰ ਤੇ ਉਹਨੂੰ ਪੜ੍ਹਦੇ ਹਾਂ। ਤੋ ਇਹ ਗੱਲ ਚੱਲੀ ਸੀ ਵੀ ਜੇ ਪੰਥ ਸਾਰਾ ਸਹਿਮਤ ਹੋ ਕੇ, ਕਿਉਂਕਿ ਗੁਰੂ ਸਾਹਿਬ ਨੇ ਹੁਣ ਸਰੀਰ ਧਾਰ ਕੇ ਸਾਡੇ ਕੋਲ ਆਉਣ ਕਿ ਨਹੀਂ ਸਾਨੂੰ ਹੁਕਮ ਦੇਣਾ, ਉਹ ਕਿਉਂਕਿ ਪੰਥ
ਆਤਮਾ ਗ੍ਰੰਥ ਵਿੱਚ ਆ, ਸਰੀਰ ਪੰਥ ਵਿੱਚ ਆ। ਬਿਲਕੁਲ ਠੀਕ। ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਪੂਜਾ ਅਕਾਲ ਕੀ। ਸਾਰੇ ਪੰਥ ਦੇ ਵਿਦਵਾਨ ਇਕੱਠੇ ਹੋ ਕੇ ਬਹਿ ਕੇ ਫੈਸਲਾ ਕਰ, ਤੇ ਉਹਦੇ ਵਿੱਚ ਇਹ ਆ ਵੀ ਜੇ ਸਮੁੱਚਾ ਪੰਥ ਫੈਸਲਾ ਕਰ ਲਵੇ ਕਿ ਅਸੀਂ ਇਹਨੂੰ ਦੋ ਭਾਗਾਂ ਵਿੱਚ ਵੰਡ ਦਈਏ, ਜਦੋਂ ਉਦੋਂ ਦਮਦਮੇ ਵਿੱਚ ਸਿੱਖਾਂ ਦੇ ਵਿੱਚ ਵਿਚਾਰ ਚੱਲ ਰਹੀ ਵੀ ਇਹਦੇ ਦੋ ਗ੍ਰੰਥ ਬਣਾ ਤੇ ਜਾਣ, ਤੇ ਉਹਦੇ ਵਿੱਚ ਕੋਈ ਪਾਪ ਵਾਲੀ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਹ ਉਸ ਪਾਪ ਨਾਲੋਂ ਵੱਡਾ ਪਾਪ ਨਹੀਂ ਹੈ ਜਿਹੜਾ ਅਸੀਂ ਪਾਪ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਦਾ ਪ੍ਰਕਾਸ਼ ਕਰਕੇ ਲੋਕਾਂ ਦੇ ਵਿੱਚ ਭੁਲੇਖਾ ਪਾ ਕੇ। ਹੁਣ ਅਗਲੀ ਗੱਲ ਇਹ ਆ ਵੀ ਇਹ ਸਿੱਖਾਂ ਦੇ ਉੱਪਰ ਵੱਧ ਕਿਉਂ, ਜਦੋਂ 350 ਸਾਲਾ ਸਾਜਨਾ ਦਿਵਸ ਮਨਾਇਆ ਸੀ, ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਾਂ 100 ਕਰੋੜ ਰੁਪਈਆ ਪੰਥ ਨੂੰ ਦਿੱਤਾ ਸੀ। ਪਤਾ ਨਹੀਂ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾਂ ਅਕਾਲੀ ਦਲ ਨੂੰ ਦਿੱਤਾ ਜਾਂ ਪੰਜਾਬ ਸਰਕਾਰ ਨੂੰ ਦਿੱਤਾ, ਇਹ ਨਹੀਂ ਮੈਨੂੰ ਪਤਾ, ਪਰ ਉਦੋਂ ਜੋ ਪੜ੍ਹਦੇ ਸੀ ਕਿ 100 ਕਰੋੜ ਰੁਪਈਆ ਇਹ ਦਿਨ ਮਨਾਉਣ ਵਾਸਤੇ ਸਰਕਾਰ ਸੈਂਟਰ ਦੀ ਦੇ ਰਹੀ ਆ ਸਿੱਖਾਂ ਨੂੰ, ਤੇ ਉਹਦੇ ਵਿੱਚੋਂ 50 ਲੱਖ ਰੁਪਈਆ ਜਿਹੜਾ ਆ ਉਹ ਸਰਕਾਰ ਨੇ ਆਪ ਵਰਤਣਾ ਆ, ਤੇ ਉਹ ਵਰਤਣਾ ਕਾਹਦੇ ਤੇ ਆ? ਦਸਮ ਗ੍ਰੰਥ ਦਾ ਦੀਆਂ ਛਪਾਈਆਂ ਕਰਕੇ ਲੋਕਾਂ ਨੂੰ ਵੰਡਣੀਆਂ। ਹੁਣ ਭਾਰਤ ਸਰਕਾਰ ਨੂੰ ਇਹ ਸਾਡੇ ਨਾਲੋਂ ਕੀ, ਉਹ ਜਿਵੇਂ ਕਹਿੰਦੇ ਆ ਵੀ ਮਾਂ ਨਾਲੋਂ ਹੇਜਲੀ ਸੋ ਪਕਣੀ, ਹਾਂਜੀ, ਤੇ ਉਹ ਮਾਂ ਨਾਲੋਂ ਹੇਜਲੀ ਵੀ ਜਿਹੜੇ ਸਾਨੂੰ ਆਪਣੇ ਵਿੱਚ ਮਰਜ ਕਰਨਾ ਚਾਹੁੰਦੇ ਆ। ਸਾਡੀ ਸਿੱਖ ਕੌਮ, ਖਾਲਸਾ ਪੰਥ, ਦੋ ਹਿੰਦੂ ਤੁਰਕ ਦੋਹਾਂ ਤੇ ਨਿਆਰਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ, ਹਾਂਜੀ, ਜੋ ਇਹ ਸਾਡੇ ਦਿਮਾਗ ਚੋਂ ਕੱਢ ਕੇ ਸਾਨੂੰ ਹਿੰਦੂਆਂ ਸਮਾਜ ਦੀ ਹੀ ਇੱਕ ਨਾਨਕ ਪੰਥੀ ਸੰਪਰਦਾ ਦੇ ਵਿੱਚ ਮਰਜ ਕਰਨਾ ਚਾਹੁੰਦੇ ਆ। ਉਹ ਕਿਉਂ 50 ਕਰੋੜ ਸਰਕਾਰੀ ਖਜ਼ਾਨੇ ਦਾ ਰੁਪਈਆ ਖਰਚ ਕਰ ਰਹੇ ਆ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਸਤੇ? 50 ਲੱਖ, ਹਾਂਜੀ। ਹੁਣ ਦੂਜੀ ਗੱਲ ਮੋਦੀ ਤੇ ਆ ਜਾਓ ਵੀ ਮੋਦੀ ਨੇ ਇਹੋ ਹੀ ਇਹ ਲਫ਼ਜ਼ ਵਰਤੇ, ਉਹ ਜੇ ਇਹ ਵਰਤ ਰਹਿੰਦਾ ਵੀ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਦਸਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਮਚੰਦਰ ਜੀ ਬਾਰੇ ਕੀ ਲਿਖਦੇ ਨੇ, ਉਹਨਾਂ ਨੇ ਵੀ ਰਾਮਚੰਦਰ ਜੀ ਬਾਰੇ ਲਿਖਿਆ, ਤਾਂ ਉਹ 'ਚ ਕੋਈ ਗਲਤ ਨਹੀਂ ਸੀ। ਸਿਰਫ ਜਿਹੜੀ ਉਹਨਾਂ ਨੇ ਰਮਾਇਣ ਕਹਿ ਦਿੱਤੀ ਆ, ਉਹ ਰਮਾਇਣ ਲਫ਼ਜ਼ ਨਹੀਂ ਸੀ ਇਹਦੇ ਨਾਲ ਬਣਦਾ। ਇਹ ਤੇ 24 ਅਵਤਾਰਾਂ ਦੇ ਵਿੱਚੋਂ ਇੱਕ ਦੋ ਮੁੱਖ ਅਵਤਾਰ ਬਣਾ ਕੇ ਕ੍ਰਿਸ਼ਨ ਜੀ ਨੂੰ ਦੁਆਪਰ ਦਾ ਤੇ ਤ੍ਰੇਤੇ ਜੀ ਨੂੰ ਰਾਮਚੰਦਰ ਜੀ ਦਾ ਜ਼ਿਆਦਾ ਵੱਡਾ ਭਾਗ ਉਹਨਾਂ ਨੇ ਲਿਖਤਾ। ਬਾਕੀ ਅਵਤਾਰ ਜਿਹੜੇ ਨੇ ਦੱਤਾਤਰੇ ਅਵਤਾਰ, ਮੋਹਣੀ ਅਵਤਾਰ, ਫਲਾਨਾ ਅਵਤਾਰ, ਪਰਸਰਾਮ ਅਵਤਾਰ, ਉਹਨਾਂ ਦੇ ਬਾਰੇ ਥੋੜਾ ਥੋੜਾ ਲਿਖਿਆ, ਤੇ ਉਹ ਬਸ ਇੰਨਾ ਹੀ ਫਰਕ ਆ। ਹੁਣ ਸਾਡਾ ਖਾਲਸਾ ਪੰਥ ਜਿਹੜਾ ਉਹ ਲੈ ਕੇ ਪੈ ਗਿਆ ਵਾ ਪੱਛੀ ਦੀ ਤੋ ਲੈ ਕੇ, ਡਾਂਗਾ ਤੇ ਤਲਵਾਰਾਂ ਲੈ ਕੇ ਮੋਦੀ ਦੇ ਮਗਰ ਪੈ ਗਏ ਆ। ਤੇ ਪਰ ਮਾੜੀ ਧਾੜ ਜਿਵੇਂ ਆ ਗਰੀਬਾਂ ਦੇ ਉੱਤੇ, ਮੋਦੀ ਦਾ ਤਾਂ ਕੁਝ ਵਿਗਾੜ ਨਹੀਂ ਸਕਦੇ, ਉਹ ਤੇ ਦੁਨੀਆ ਭਰ ਦੇ ਏਡੇ ਵੱਡੇ ਸਾਮਰਾਜ ਦਾ ਇਸ ਵੇਲੇ ਮਾਲਕ ਆ, ਡਿਕਟੇਟਰ ਆ, ਜੋ ਚਾਹੇ ਕਰ ਸਕਦਾ, ਉਹਦਾ ਤੇ ਵਿਗਾੜ ਨਹੀਂ ਸਕਦੇ ਕੁਝ। ਉਹ ਪਟਨੇ ਸਾਹਿਬ ਵਾਲਾ ਜਿਹਨੂੰ ਪਟਨੇ ਸਾਹਿਬ ਤੋਂ ਕੱਢਿਆ ਹੋਇਆ ਵਾ, ਉਹਦੇ ਦੁਆਲੇ ਹੋ ਗਏ ਆ। ਉਹਨੂੰ ਉਹ ਕੋਈ ਮੰਡ ਛੰਡ ਕੋਈ ਹੋ ਰਿਹਾ, ਉਹ ਕਹਿੰਦੇ ਜੀ ਅਸੀਂ ਉਹਨੂੰ ਪੰਥ ਵਿੱਚੋਂ ਕੱਢ ਦਿੱਤਾ, ਉਹਦੇ ਨਾਲ ਮਿਲਵਰਤਨ ਰੱਖ। ਤੂੰ ਕੌਣ ਹੁੰਦਾ ਉਹਨੂੰ ਕੱਢਣ ਵਾਲਾ? ਜੇ ਮੈਂ ਕਹਾਂ ਕਿ ਮੈਂ ਸਿੱਖ ਹਾਂ, ਮਰਦਮਸ਼ੁਮਾਰੀ ਸਿੱਖ ਲਗਾਉਣਾ, ਮੈਂ ਆਪਣੇ ਆਪ ਨੂੰ ਸਿੱਖ ਸਮਝਦਾ ਆ, ਤੇ ਕਿਸੇ ਨੂੰ ਕੀ ਅਧਿਕਾਰ ਆ ਕਿਸੇ ਜਥੇਬੰਦੀ ਨੂੰ ਤੇ ਜਾਂ ਕਿਸੇ ਬੰਦੇ ਨੂੰ ਕੋਈ ਹਮਾਕਤ ਕਰੇ ਕਿ ਮੈਨੂੰ ਕਹੇ ਸੰਤੋਖ ਸਿੰਘ ਸਿੱਖ ਨਹੀਂ ਹੈਗਾ ਜਾਂ ਸੰਤੋਖ ਸਿੰਘ ਬੰਦਾ ਨਹੀਂ ਹੈਗਾ, ਹਾਂਜੀ। ਸੋ ਇਸ ਲਈ ਉਹਨੇ ਫਿਰ ਮੀਡੀਆ ਦੇ ਵਿੱਚ ਗ੍ਰੰਥ ਪੜ੍ਹ ਕੇ ਵਿਖਾਏ ਆ, ਆਹ ਦੇਖੋ ਲਿਖਿਆ ਹੋਇਆ ਜੀ, ਮੈਂ ਕੋਈ ਝੂਠ ਬੋਲਿਆ? ਇਹ ਵੀ ਗੱਲ ਭਾਈ ਉਹ ਜਿਹੜੇ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਆਪਣਾ ਪੂਰਨ ਸਿੰਘ ਜੀ, ਸਾਡੇ ਦੇ ਨੇੜੇ ਨੇੜੇ ਘਰ, ਹਾਂਜੀ ਹਾਂਜੀ, ਮੈਂ ਉਹਨਾਂ ਕੋਲ ਗਿਆ ਤੇ ਮੈਂ ਕਿਹਾ ਉਹਨਾਂ ਨੂੰ ਗੱਲਬਾਤ ਕਰਦੇ ਆ, ਭਾਈ ਤੁਸੀਂ ਕਹਿ ਦਿੱਤਾ ਕਿਤੇ, ਮੈਨੂੰ ਨਹੀਂ ਪਤਾ ਤੁਸੀਂ ਕਦੋਂ ਕਿਹਾ ਕਿ ਅਸੀਂ ਲਵ ਕੁਸ਼ ਦੀ ਸੰਤਾਨ ਆ, ਤੇ ਤੁਹਾਡੇ ਮਗਰ ਸਾਰਾ ਮੀਡੀਆ ਉਹਨਾਂ ਟੀਚਰਾਂ ਬਣਾ ਲਈਆਂ, ਤੇ ਗਾਏ ਮਗਾਏ ਉਹ ਕਹਿੰਦੇ ਜੀ ਉਹ ਆਹ ਲਵ ਕੁਸ਼ ਦੀ ਔਲਾਦ ਬਣਾਤਾ, ਉਹ ਕਰਤਾ ਤੁਹਾਨੂੰ ਟੀਚਰਾਂ ਕਰਦਾ ਮੀਡੀਆ, ਤੇ ਤੁਸੀਂ ਲੋਕਾਂ ਦੇ ਖੁਸ਼ੀ ਗਮੀ ਦੇ ਘਰਾਂ 'ਚ ਜਾ ਕੇ ਲੈਕਚਰ ਕਰਦੇ ਹੋ, ਤੁਸੀਂ ਅਕਾਲ ਤਖਤ ਸਾਹਿਬ ਲੈਕਚਰ ਕਰਦੇ ਹੋ, ਤੁਹਾਨੂੰ ਦੂਰ ਦੁਰਾਡੇ ਹਿੰਦੁਸਤਾਨ ਭਰ ਦੇ ਵਿੱਚ ਤੁਹਾਨੂੰ ਧਾਰਮਿਕ ਸਥਾਨਾਂ ਵਾਲੇ ਗੁਰਦੁਆਰਿਆਂ 'ਚ ਲੈਕਚਰ ਕਰ ਸਕਦੇ ਹੋ, ਤੇ ਤੁਸੀਂ ਇਸ ਗੱਲ ਨੂੰ ਦੁਹਰਾਉਂਦੇ ਕਿਉਂ ਨਹੀਂ ਕਿ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਅਸੀਂ ਟਕਸਾਲ 'ਚੋਂ ਪੜ੍ਹੇ ਹਾਂ, ਸਾਨੂੰ ਇਹ ਪੜ੍ਹਾਇਆ ਗਿਆ ਵਾ।
ਅਸੀਂ ਉਹ ਦੱਸ ਰਹੇ ਹਾਂ, ਦੱਸੋ ਗਲਤ ਕੀ ਹੈ ਇਹਦੇ ਵਿੱਚ, ਮੈਂ ਕੀ ਗਲਤ ਕਹਿ ਰਿਹਾ। ਮੈਂ ਕਿਹਾ ਤੁਸੀਂ ਚੁੱਪ ਕਿਉਂ ਕਰ ਗਏ ਹੋ? ਉਹ ਕਹਿੰਦਾ ਨਹੀਂ ਮੈਂ ਤਾਂ ਕਹਿਣਾ ਅਰਥ ਹਾਂ, ਪਰ ਮੇਰੀ ਗੱਲ ਨੂੰ ਮੀਡੀਆ ਛਾਪਦਾ ਨਹੀਂਗਾ। ਇਹ ਮੈਨੂੰ ਇਹ ਜਵਾਬ ਦਿੱਤਾ। ਉਹ ਆਪਣਾ ਮੀਡੀਆ ਦੇ ਸਾਹਮਣੇ ਉਹਨੇ ਭਾਈ ਕੀ ਹੈ ਜਿਹੜਾ ਉਹਦਾ ਨਾਂ, ਭਾਈ ਇਕਬਾਲ ਸਿੰਘ ਹਾਂ ਇਕਬਾਲ ਸਿੰਘ ਨੇ ਦੱਸਿਆ, ਦੇਖੋ ਸਾਹਮਣੇ ਤੁਹਾਨੂੰ। ਹਾਂਜੀ ਬਿਲਕੁਲ ਸਹੀ। ਤੇ ਉਹ ਜਿਹੜਾ ਲਿਟਰੇਚਰ ਛਪਿਆ ਵਾ ਮਹਿਤੇ ਵਾਲੇ ਟਕਸਾਲ ਵਾਲਿਆਂ ਵੱਲੋਂ, ਉਹ ਦਿਖਾ ਰਿਹਾ ਤੁਹਾਨੂੰ। ਹੁਣ ਜੇ ਰਾਮਚੰਦਰ ਹੋਇਆ ਹੀ ਨਹੀਂ, ਲਹੂ ਕੁਛ ਹੋਏ ਨਹੀਂ, ਤੇ ਫਿਰ ਸਾਨੂੰ ਫਿਕਰ ਵਾਲੀ ਕਿਹੜੀ ਗੱਲ ਆ? ਨਹੀਂ ਹੋਏ ਤੇ ਨਾ ਸਹੀ, ਤੁਸੀਂ ਨਹੀਂ ਮੰਨਦੇ ਨਾ ਸਹੀ, ਜਿਹੜੇ ਮੰਨਦੇ ਉਹਨਾਂ ਨੂੰ ਮੰਨਣ ਦਿਓ, ਤੇ ਅਸੀਂ ਚਾਹੇ ਮੰਨੀਏ ਚਾਹੇ ਨਾ ਮੰਨੀਏ, ਸਾਡੀ ਮਰਜ਼ੀ ਆ। ਤੇ ਜੇ ਮਿਜੀ ਹੋਏ ਆ ਰਾਮਚੰਦਰ ਜੀ ਕਿਉਂਕਿ ਦਸਮ ਗ੍ਰੰਥ ਦੇ ਵਿੱਚ ਕਿੱਥੋਂ ਚੱਲੇ ਵੀ ਉਹ ਫਲਾਣਾ 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 ਫਲਾਣੇ ਦਾ ਫਲਾਣਾ ਫਲਾਣੇ ਦਾ ਫਲਾਣਾ ਫਲਾਣੇ ਦਾ ਫਲਾਣਾ ਆ ਕੇ, ਔਰ ਫਲਾਣੇ ਦਾ ਦਸ਼ਰਥ ਦਾ ਆ ਤੇ ਚੱਲਦਿਆਂ ਫਿਰ ਲਹੂ ਤੋਂ ਆਪਣਾ ਸੋਢੀ ਬੰਸ, ਸੋਢ ਰਾਏ ਤੋਂ ਸੋਢੀ ਬੰਸ ਚੱਲਦਾ ਆ। ਤੇ ਉਧਰ ਉਹਨਾਂ ਨੇ ਵੇਦ ਪੜ੍ਹੇ ਹੀ ਜਾ ਕੇ ਉੱਥੇ ਕਾਸ਼ੀ ਦੇ ਵਿੱਚ, ਉਹ ਕੁਸ਼ੂ ਵਾਲਿਆਂ ਨੇ ਉਹ ਵੇਦਿਕਾ ਹੈ। ਤੇ ਜੇ ਇਸ ਤਰ੍ਹਾਂ ਸਾਡਾ ਬਾਇਓਲੋਜੀਕਲ ਗੁਰੂ ਨਾਨਕ ਸਾਹਿਬ ਆਤਮਾ ਠੀਕ ਹੈ ਆਈ ਨਿਰੰਕਾਰ ਵਿੱਚੋਂ, ਨਿਰੰਕਾਰ ਦੀ ਜੋਤ ਸੀ, ਪਰ ਮਾਤ ਪਿਤਾ ਬਿਨ ਪਾਲ ਨਾ ਹੋਈ। ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਤ੍ਰਿਪਤਾ ਜੀ ਸਨ, ਪਿਤਾ ਜੀ ਮਹਿਤਾ ਕਲਿਆਣ ਚੰਦ ਜੀ ਸਨ। ਉਹਨਾਂ ਦੇ ਘਰ ਉਹ ਸੰਸਾਰੀ ਜੀਵਾਂ ਮਨੁੱਖਾਂ ਵਾਂਗ ਉਹ ਪ੍ਰਗਟ ਹੋਏ ਨੇ। ਹਾਂ ਜੋਤ ਗਿਆਨ ਜੋ ਨਿਰੰਕਾਰ ਦਾ ਲੈ ਕੇ ਆਏ, ਇਹ ਇੱਕ ਅਧਿਆਤਮਕ ਗੱਲ ਆ। ਸਰੀਰਕ ਤੌਰ ਤੇ ਉਹ ਸੰਸਾਰ ਦੇ ਵਿੱਚ ਵਿਚਰੇ ਨੇ। ਬਿਲਕੁਲ ਸਹੀ। ਤੇ ਆਖਰ ਕਲਿਆਣ ਚੰਦ ਜੀ ਵੀ ਕਿਸੇ ਦੇ ਪੁੱਤਰ ਸੀ, ਉਹਨਾਂ ਦਾ ਬਾਪ ਉਹ ਕਿਸੇ ਦਾ ਪੁੱਤਰ ਸੀ, ਉਹ ਕਿਸੇ ਦਾ ਪੁੱਤਰ ਸੀ। ਜੇ ਚਲਦਿਆਂ ਸਾਡੀ ਪੀੜ੍ਹੀ ਜਾ ਕੇ ਦਸ਼ਰਥ ਨਾਲ ਮਿਲ ਜਾਂਦੀ ਆ, ਤੇ ਵਾਟਸ ਇਟ ਰੋਂਗ? ਇਹ ਮਾਣ ਕਰਨ ਵਾਲੀ ਗੱਲ ਆ ਕਿ ਸ਼ਰਮ ਕਰਨ ਵਾਲੀ ਗੱਲ ਆ? ਮੈਨੂੰ ਸਮਝ ਨਹੀਂ ਆਉਂਦੀ ਇਹ ਸਿੱਖ ਵਿਦਵਾਨਾਂ ਤੇ। ਮਗਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਵਰਗੀ ਪੂਰਨ ਸਿੰਘ ਜੀ ਉਹਨਾਂ ਨੇ ਤੁਹਾਨੂੰ ਆਪ ਦੱਸਿਆ ਕਿ ਉਹਨਾਂ ਨੇ ਪੜ੍ਹਿਆ ਵਾ ਵੀ ਅਸੀਂ ਲਵ ਕੁਸ਼ ਦੀ ਸੰਤਾਨ ਆ। ਮਗਰ ਹੁਣ ਜਿਹੜੇ ਮੌਜੂਦਾ ਗ੍ਰੰਥੀ ਗ੍ਰੰਥ 'ਚ ਲਿਖਿਆ ਹੋਇਆ, ਹਾਂਜੀ ਮਗਰ ਗੱਲ ਇਹ ਹੈਗੀ ਹੈ ਕਿਉਂਕਿ ਬਹੁਤ ਸਾਰੇ ਮੀਡੀਆ ਨੇ ਜਿਹੜੇ ਮੌਜੂਦਾ ਗ੍ਰੰਥੀ ਨੇ, ਹਰਪ੍ਰੀਤ ਜੀ, ਗਿਆਨੀ ਹਰਪ੍ਰੀਤ ਸਿੰਘ ਜੀ, ਤੇ ਉਹਨਾਂ ਕੋਲੋਂ ਪੁੱਛਿਆ ਉਹ ਕਿਉਂ ਨਹੀਂ ਇਹਦੇ ਬਾਰੇ ਇਕਸ਼ਾਫ ਕਰਦੇ ਪਏ, ਉਹ ਕਿਉਂ ਨਹੀਂ ਆਪਣੇ, ਕਿਉਂਕਿ ਉਹ ਮੀਡੀਆ ਦੇ ਰੂਬਰੂ ਤੇ ਹੁੰਦੇ ਨੇ, ਮਗਰ ਉਹ ਇਸ ਬਾਰੇ ਕੋਈ ਬਿਆਨ ਨਹੀਂ ਦਿੰਦੇ ਪਏ, ਉਹ ਨਹੀਂ ਮੰਨਦੇ ਇਸ ਚੀਜ਼ ਨੂੰ। ਤੇ ਮੈਂ ਇੱਥੇ ਸਮੁੰਦਰੋਂ ਪਾਰ ਬੈਠਾ, ਉਹਨਾਂ ਦਾ ਵਕਾਲਤ ਉਹਨਾਂ ਦੀ ਕਿਵੇਂ ਕਰ ਸਕਦਾ? ਇਹ ਉਹਨਾਂ ਨੂੰ ਨਹੀਂ, ਗੱਲ ਇਹ ਹੈਗੀ ਨਾ ਜਿਹੜੀ ਹੁਣ ਦੁਨੀਆ ਵਾ ਪੂਰੀ ਦੀ ਪੂਰੀ ਇਸ ਟਾਈਮ ਤੇ ਉਹ ਦੇਖਦੀ ਤੇ ਅਕਾਲ ਤਖਤ ਸਾਹਿਬ ਨੂੰ ਹੈ ਨਾ, ਵੀ ਅਕਾਲ ਤਖਤ ਸਾਹਿਬ ਤੋਂ ਉਹ ਕੀ ਕਹਿੰਦੇ ਨੇ, ਅਕਾਲ ਤਖਤ ਸਾਹਿਬ ਦੇ ਜਥੇ ਦਾ ਤੁਸੀਂ ਉਹਨਾਂ ਨੂੰ ਪੁੱਛੋ ਵੀ ਉਹਨਾਂ ਦਾ ਕੀ ਵਿਚਾਰ ਆ। ਬੜੇ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਵਾ, ਮਤਲਬ ਵੀ ਕਿੰਨੇ ਬਿਲੀਅਨ ਸਾਲਾਂ ਤੋਂ ਮਨੁੱਖ ਇੱਥੇ ਰਹਿ ਰਹੇ ਨੇ, ਉਹ ਜੈਨੇਟਿਕਲੀ DNA ਰਾਹੀਂ ਅਸੀਂ ਕਿਹਦੇ ਨਾਲ ਜਾ ਕੇ ਕਿੱਥੇ ਮਿਲਦੇ ਆ ਸਾਨੂੰ ਕੋਈ ਪਤਾ ਹੈ? ਹੁਣ ਪੜਦਾਦੇ ਤੋਂ ਬਾਅਦ ਮੈਨੂੰ ਆਪਣੇ ਪੜਦਾਦੇ ਦੀ ਸੰਭਾਲਿਆ, ਤੇ ਉਹ ਕੋਈ 5-7 ਹੋਰ ਨਾਂ ਉਤੋਂ ਜਿਹੜੇ ਆ ਉਹ ਹਰਿਦੁਆਰ ਦੇ ਰਿਕਾਰਡ ਚੋਂ ਹੈਗੇ ਆ। ਤੇ ਆਖਰ ਉਹ ਡਿੱਗੇ ਤੇ ਨਹੀਂ ਨਾ ਅਸਮਾਨੋਂ, ਉਹ ਮਾਂ ਪਿਓ ਰਾਹੀਂ ਇਸ ਸੰਸਾਰ ਦੇ ਵਿੱਚ ਆਏ ਆ। ਤੇ ਜੇ ਇਸ ਤਰ੍ਹਾਂ ਚੱਲਦੇ ਸਾਡੀ ਪੀੜ੍ਹੀ ਗੁਰੂ ਨਾਨਕ ਸਾਹਿਬ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲ ਜਾਂਦੀ ਆ, ਤੇ ਸ਼ਰਮ ਵਾਲੀ ਗੱਲ ਆ ਕਿ ਮਾਣ ਵਾਲੀ ਗੱਲ ਆ? ਨਹੀਂ, ਇਹ ਤਾਂ ਬਿਲਕੁਲ ਸਹੀ ਹੈ ਤੁਹਾਡਾ ਕਿ ਨਹੀਂ ਮਿਲਦੀ, ਪਰ ਜੇ ਮਿਲਦੀ ਹੈ ਤੇ ਵਾਟ ਇਜ਼ ਰੋਂਗ? ਮੈਂ ਤਾਂ ਬੜੀ ਮਾਣ ਨਾਲ ਕਹਾਂਗਾ ਵੀ ਹਾਂ ਅਸੀਂ ਹਿੰਦੁਸਤਾਨ ਦੇ, ਭਾਰਤ ਮਾਤਾ ਦੇ ਅਸੀਂ ਵਾਰਸ ਹਾਂ, ਡਾਇਰੈਕਟ ਡਿਸੈਂਡੈਂਟ ਤ੍ਰੇਤੇ ਯੁੱਗ ਦੇ ਰਾਮਚੰਦਰ ਜੀ ਦੇ ਅਸੀਂ ਸਿੱਖ ਵਾਰਸ ਹਾਂ। ਤੇ ਮੈਂ ਨਾਲ ਹਿੱਕ ਕੱਢ ਕੇ ਤੇ ਬਾਂਹ ਖੜੀ ਕਰਕੇ ਕਹੂੰਗਾ ਮੈਂ, ਪਰ ਮੈਨੂੰ ਪਤਾ ਨਹੀਂ ਮੈਂ ਹੈਗਾ ਕਿ ਨਹੀਂ ਹੈਗਾ। ਹੁਣ ਇੱਕ ਮੇਰੇ ਕੋਲ ਲਾਸਟ ਕੁਐਸਚਨ ਇਹ ਹੈਗਾ ਵਾ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਬਹੁਤ ਵਧੀਆ ਇਹ ਚੀਜ਼ ਨੂੰ ਕਲੀਅਰ ਕਰ ਦਿੱਤਾ ਵਾ ਕਿ ਸਿਰਫ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਇਹ ਗਲਤੀ ਹੋਈ ਹੋਏਗੀ ਕਿ ਇੱਕ ਜਿਹੜੀ ਲਫ਼ਜ਼ ਬਿਆਨੀ ਹੈਗੀ ਆ ਉਹ ਜਿਹੜੀ ਉਹਨਾਂ ਨੇ ਬੋਲ ਦਿੱਤਾ ਕਿ ਰਾਮਾਇਣ ਲਿਖੀ ਹੈ, ਜਦ ਕਿ ਉਹ ਇਹ ਕਹਿ ਸਕਦੇ ਸੀਗੇ ਜਿਹੜਾ ਉਹਨਾਂ ਨੇ ਰਾਮ ਜੀ ਬਾਰੇ ਜਾਂ ਕ੍ਰਿਸ਼ਨ ਜੀ ਬਾਰੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਵਾ। ਹਾਂ, ਉਹ ਕਹਿੰਦੇ ਵੀ ਰਾਮਚੰਦਰ ਜੀ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਵੀ ਵੇਖੋ ਐਂ ਲਿਖਦੇ ਨੇ,
ਐਂ ਲਿਖਦੇ ਨੇ। ਹਾਂ, ਮਤਲਬ ਕਿ ਉਹਨਾਂ ਦਾ ਕਹਿਣ ਤੋਂ ਭਾਵ ਵੀ ਉਹਨਾਂ ਨੇ ਵੀ ਉਹਨਾਂ ਦੀ ਵਡਿਆਈ ਕੀਤੀ ਹੈ ਦਸਮ ਗ੍ਰੰਥ ਦੀ, ਵਡਿਆਈ ਕੀਤੀ ਆ। ਹਾਂਜੀ, ਤੇ ਉਹ ਇਹਦਾ ਮਤਲਬ ਹੈ ਵੀ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਦੀ ਬਾਣੀ ਨਹੀਂ ਮੰਨਦੇ ਉਹ ਕਹਿਣ ਜੀ ਨਹੀਂ ਇਹ ਗਲਤ ਆ, ਤੇ ਜਿਹੜੇ ਮੰਨਦੇ ਆ ਤੇ ਉਹਨਾਂ ਦੇ ਤੇ ਮਾਣ ਵਾਲੀ ਗੱਲ ਆ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਸਾਡੇ ਗੁਰੂ ਦੀ ਤਾਰੀਫ ਕਰ ਰਿਹਾ। ਹਾਂਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਗਿਆਨੀ ਸੰਤੋਖ ਸਿੰਘ ਜੀ ਤੁਹਾਡਾ ਅੱਜ ਸਾਡੇ ਨਾਲ ਜੁੜਨ ਦੀ। ਸਿਰਫ ਸਾਡੇ ਕੋਲ ਸਮੇਂ ਦੀ ਘਾਟ ਹੈ ਕਿਉਂਕਿ ਇੱਕ ਅੱਧੇ 30 ਮਿੰਟਸ ਦਾ ਇਹ ਪ੍ਰੋਗਰਾਮ ਹੁੰਦਾ ਵਾ, ਸੋ ਟਾਈਮ ਪੂਰਾ ਹੋ ਗਿਆ। ਅਸੀਂ ਇਹਨੂੰ ਹੀ ਅੱਗੇ ਵਧਾਵਾਂਗੇ, ਇਸੇ ਹੀ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਰੂਬਰੂ ਫੇਰ ਆਵਾਂਗੇ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਪ੍ਰੋਗਰਾਮ ਨੂੰ ਅਸੀਂ ਕੰਟੀਨਿਊ ਰੱਖਾਂਗੇ। ਜਿਹੜੀਆਂ ਵੀ ਆਪਣੀਆਂ ਨੌਲੇਜ ਵਾਲੀਆਂ ਗੱਲਾਂ ਹੈਗੀਆਂ, ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਜਾਂ ਸਾਨੂੰ ਪਤਾ ਚੱਲੇ, ਸਾਡੇ ਬੱਚਿਆਂ ਨੂੰ ਪਤਾ ਚੱਲੇ, ਸਾਡੇ ਸਮਾਜ ਨੂੰ ਪਤਾ ਚੱਲੇ, ਜਿਹੜਾ ਕਿ ਨਿਊਟਰਲ ਹੋਣ, ਨਾ ਕਿ ਕਿਸੇ ਸਰਕਾਰ ਵੱਲੋਂ ਕੋਈ ਦਾਅਵਾ ਕੀਤਾ ਜਾਵੇ ਤੇ ਉਸ ਦੀ ਗੱਲ ਅੱਗੇ ਰੱਖੀ ਜਾਵੇ, ਨਾ ਹੀ ਕਿਸੇ ਸੰਪਰਦਾ ਦਾ ਉਹਦੇ ਤੇ ਪ੍ਰਭਾਵ ਹੋਵੇ ਤੇ ਉਹਦੇ ਸੰਪਰਦਾ ਦੇ ਪ੍ਰਭਾਵ ਦੇ ਹੇਠ ਗੱਲ ਅੱਗੇ ਰੱਖੀ ਜਾਵੇ। ਜਿਹੜੀ ਅੱਜ ਦੀ ਜਿਹੜੀ ਇਹ ਸਾਰੀ ਗੱਲਬਾਤ ਸੀ ਜੋ ਗਿਆਨੀ ਜੀ ਨੇ ਕੀਤੀ, ਇਹ ਇਹਨਾਂ ਨੇ ਪੂਰੀ ਤਰ੍ਹਾਂ ਆਪਣੀ ਨੌਲੇਜ ਤੱਥਾਂ ਦੇ ਆਧਾਰ ਦੇ ਉੱਤੇ ਜੋ ਇਹਨਾਂ ਨੂੰ ਫੈਕਟ ਪਤਾ ਸਨ, ਜੋ ਇਹਨਾਂ ਨੇ ਕਿਹਾ ਵੀ ਉੱਥੇ ਲਿਖੇ ਹੋਏ ਨੇ, ਇਹਨਾਂ ਨੇ ਉਹਦੇ ਅਕੋਰਡਿੰਗਲੀ, ਕਿਉਂਕਿ ਇਹ ਗਿਆਨੀ ਜੀ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ 'ਚ ਬੈਠੇ ਨੇ, ਨਾ ਤੇ ਇਹਨਾਂ ਦੇ ਉੱਤੇ ਕਿਸੇ ਸੰਪਰਦਾ ਦਾ ਪ੍ਰਭਾਵ ਹੈ, ਨਾ ਕਿਸੇ ਪ੍ਰਾਈਮ ਮਿਨਿਸਟਰ ਦਾ, ਨਾ ਕਿਸੇ ਇਕੱਲੇ ਬੰਦੇ ਜਾਂ ਕਿਸੇ ਹੋਰ ਸ਼ਖਸੀਅਤ ਦਾ। ਇਹਨਾਂ ਨੇ ਪਿਓਰਲੀ ਆਪਣੇ ਉਹ ਵਿਚਾਰ ਦਿੱਤੇ ਨੇ ਜਿਸ ਨੂੰ ਇਹ ਬਿਲਕੁਲ ਸਹੀ ਸਮਝਦੇ ਨੇ। ਸੋ ਅਸੀਂ ਵੀ ਇਹਨਾਂ ਨਾਲ ਇਸ ਚੀਜ਼ ਨੂੰ ਸਹਿਮਤ ਹੁਣ। ਦਸਮ ਗ੍ਰੰਥ ਨੂੰ ਲੈ ਕੇ ਬੜੇ ਵਿਵਾਦ ਹੈ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਅਗਲੇ ਐਪੀਸੋਡ 'ਚ। ਜੁੜੇ ਰਹਿਣਾ, ਆਪਣਾ ਫਰੈਂਡਸ ਚੈਨਲ ਦੇਖਦੇ ਰਹਿਣਾ। ਤੇ ਇਹ ਤੁਹਾਨੂੰ ਮੈਂ ਦੱਸ ਦਿਆਂ, ਇਹ ਪ੍ਰੋਗਰਾਮ ਸਾਂਝਾ ਟੀਵੀ ਤੇ ਵੀ ਆਏਗਾ, ਇਹ ਪ੍ਰੋਗਰਾਮ ਨਿਊਜ਼ ਓਨਲੀ ਤੇ ਵੀ ਆਏਗਾ। ਪ੍ਰੋਗਰਾਮ ਦਾ ਸਮਾਂ ਹੈਗਾ ਸਾਂਝਾ ਟੀਵੀ ਤੇ ਨਿਊਜ਼ ਓਨਲੀ ਦਾ ਆਸਟ੍ਰੇਲੀਆ ਦੇ ਵਿੱਚ ਸ਼ਾਮੀ 6:30 ਤੋਂ ਲੈ ਕੇ 7:30 ਦੇ ਵਿੱਚ ਇਹਨਾਂ ਦੋਵਾਂ ਚੈਨਲਾਂ ਦੇ ਉੱਤੇ ਆਉਂਦਾ। ਇਸ ਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638।